ਪਾਰਟ 2 ਸਾਡੇ ਨਾਲ ਕਨੂ ਸ਼ਰਮਾ ਜੀ ਨੇ, ਨਾਲ ਉਹਨਾਂ ਦੇ ਐਸੋਸੀਏਟ ਵੀ ਨੇ। ਕੁਝ ਸਵਾਲ ਹੋਰ ਨੇ ਜਿਹੜੇ ਅਸੀਂ ਕਰਨੇ ਨੇ ਔਰ ਕਰਾਂਗੇ ਇਸ ਵੀਡੀਓ ਵਿੱਚ। ਉਹ ਇਹ ਨੇ ਕਿ ਜੇ ਬੇਟੀਆਂ ਨੂੰ ਬੋਲਡ ਬਣਾਇਆ ਜਾਏ, ਮਾਂ ਪਿਓ ਦੀ ਜਿਹੜੀ ਹੈ ਇੱਕ ਤਾਕਤ ਜਿਹੜੀ ਹੈ ਉਹ ਇੱਕ ਬੜੀ ਵੱਡੀ ਹੁੰਦੀ ਹੈ। ਪਹਿਲੇ ਜਿਹੜੀ ਬੇਟੀ ਸੀ ਉਹ ਸੁਸਾਈਡਸ ਵੱਲ ਨਹੀਂ ਸੀ ਜਾਂਦੀ। ਜੇ ਅੱਜ ਤੋਂ 60 ਸਾਲ ਪਹਿਲਾਂ ਦਾ ਜ਼ਮਾਨਾ ਦੇਖੋ, ਅੱਜ ਦੀਆਂ ਜਿਹੜੀਆਂ ਬੇਟੀਆਂ ਹੈ ਉਹਨਾਂ ਲਈ ਕੀ ਸੰਦੇਸ਼ ਦਿੰਦੇ ਹੋ ਤੁਸੀਂ? सर देखो, बोल्ड एंड ब्यूटीफुल इज़ अ वेरी ओल्ड एज, राइट? फॉर अ वुमन यू नीड टू बी बोल्ड एज वेल एज ब्यूटीफुल। लेकिन वही गल है कि बोल्डनेस नूं कई बार गलत रीड किया जाता है। बहुत वारी पेरेंट्स ही सानू रोक देंगे, तुहानू उच्ची आवाज़ च गल नहीं करनी चाहिए, तुहानू ये स्टैप नहीं लेना चाहिए, तुहानू थाने नहीं जाना चाहिए। कुड़ियां जिहड़ी थाने जांदियां उन्हां नूं अच्छा नहीं मन्निया जाता। वकील जिहड़े वकालत करदी है लेडीज़, उन्हां नूं अच्छा नहीं मन्निया जाता। मैं खुद वकील हाँ, लेकिन मैनूं ये गल कहनी पै रही है बिकॉज दिस इज़ द ट्रूथ, दिस इज़ द ग्राउंड रियलिटी ऑफ आर सोसाइटी। लेकिन ये सब ज़रूरी इस करके है सर, क्योंकि नहीं तो ये जिहड़ी लेडीज़ घुट घुट के जिहड़े डिप्रैशन च जाके इन्ना वड्डा स्टैप ले लैंदियां, ਉਹਦੇ ਕਰਕੇ ਇਸ ਅੱਜ ਸਾਡਾ ਸਿਨੈਰੀਓ ਹੋ ਰਿਹਾ। ਇसी ਕਰਕੇ ਆਰਟ ਆਫ ਲਿਵਿੰਗ ਇੰਨੇ ਹਿੱਟ ਕਿਉਂ ਹੋ ਗਏ ਹੈ, ਕਿਉਂ ਆ ਚੱਕਰਾਸ ਐਂਡ ਮੈਡੀਟੇਸ਼ਨਸ ਆ ਸੋ ਹਿੱਟ ਥੀਸ ਡੇਜ਼। ਪਹਿਲਾਂ ਕਿਉਂ ਨਹੀਂ ਹੁੰਦੇ ਸੀ ਸਰ? ਇਹ ਪਹਿਲਾਂ ਕਿਉਂ ਨਹੀਂ ਲੋਕ ਪਹਾੜਾਂ 'ਤੇ ਜਾ ਕੇ ਬੈਠ ਜਾਂਦੇ ਸੀ? ਪਹਿਲਾਂ ਕਿਉਂ ਨਹੀਂ ਲੋਕ ਟਰੈਵਲਿੰਗ ਕਰਦੇ ਸੀ, ਆਰਟ ਆਫ ਲਿਵਿੰਗ ਕਰਦੇ? ਕਿਉਂਕਿ ਉਸ ਟਾਈਮ ਇੰਨਾ ਸਟ੍ਰੈਸ ਨਹੀਂ ਹੁੰਦਾ ਸੀ। ਅੱਜ ਕੱਲ੍ਹ अपना लाइफ स्टाइल मेनटेन करन दा, दूसरे नू शो ऑफ करन दा, मेरा मुंडा तेरी कुड़ी, मेरी प्रॉपर्टी तेरी कार, ये जिहड़ा स्ट्रैस लैवल है ना, ये सोसाइटी ने इन्ना ज़्यादा वधा लिया कि तुसी डिप्रैशन च जाके जिहड़ा सुसाइड कमिट कर लैंदे हो। बीइंग मैं टीचर भी रही हाँ सर, तो मैं मैंटर मैंटी प्रोग्राम्स करती सी फॉर ऑल दो स्टूडेंट्स ਜਿਹੜੇ ਡਰੱਗ ਉਹਦੇ ਵਿੱਚ ਚਲੇ ਜਾਂਦੇ ਸੀ, ਤੇ ਉਹਨਾਂ ਦੀ ਅਸੀਂ ਸਰ ਸਾਈਕੋਲੋਜੀਕਲ ਕਾਉਂਸਲਿੰਗ ਕਰਦੇ ਸੀਗੇ ਕਿ ਵੀ ਕਿੱਦਾਂ ਤੁਸੀਂ ਯੂ ਸ਼ੁੱਡ ਨਾਟ ਕਮਿਟ ਸੁਸਾਈਡ। ਉਹ ਕੀ ਕਰਦੇ ਸੀ, ਹੋਸਟਲ ਰੂਮਸ ਦੇ ਵਿੱਚ ਪਤਾ ਲੱਗਦਾ ਸੀ ਅਗਲੇ ਦਿਨ ਕਿ ਉਹਨਾਂ ਨੇ ਸੁਸਾਈਡ ਕਮਿਟ ਕਰ ਲਿਆ ਬਿਕੋਜ਼ ਆਫ ਡਰੱਗਸ ਔਰ ਬਿਕੋਜ਼ ਆਫ ਬ੍ਰੇਕਅਪ ਵਿਦ ਦੀ ਗਰਲਫ੍ਰੈਂਡਸ ਐਟਸੈਟਰਾ ਐਟਸੈਟਰਾ। ਸੋ ਅੱਜ ਕੱਲ੍ਹ ਦੇ ਜਿਹੜਾ ਨੌਜਵਾਨ ਹੈ, ਜਿਹੜਾ ਯੂਥ ਹੈ, ਵੀ ਮੇਲ ਔਰ ਫੀਮੇਲ, ਮੈਂ ਤਾਂ ਦੇਖੋ ਜੈਂਡਰ ਨਿਊਟਰਲ ਗੱਲ ਕਰ ਰਹੀ ਹਾਂ, ਕਿ ਯੂਥ ਜਿਹੜਾ ਹੈ ਅੱਜ ਕੱਲ੍ਹ ਇਸ ਪ੍ਰੈਸ਼ਰ ਦੇ ਵਿੱਚ, ਪੀਅਰ ਪ੍ਰੈਸ਼ਰ, ਇਸ ਸਟੇਟਸ ਦੇ ਜਿਹੜਾ ਸ਼ੋ ਆਫ ਹੈ, ਇਹਦੇ ਵਿੱਚ ਇੰਨਾ ਜ਼ਿਆਦਾ ਸਰ ਇੰਡਲਜ ਹੋ ਗਿਆ ਹੈ ਕਿ all they want is to commit suicide because they are under depression. They cannot handle it, they cannot tolerate it. ठीक है? सो अलग अलग चीज़ां उन्होंने they have to either resort to smoking, drinking, traveling, meditation, art of living, etc because they cannot handle it properly. सो ये साडे ही वल्लों जिहड़ा है present जिहड़ी जनरेशन ਉਹ ਖਰਾਬ ਹੁੰਦੀ ਜਾ ਰਹੀ ਹੈ ਜੀ। ਇੱਕ ਤੁਹਾਨੂੰ ਧਿਆਨ ਵਿੱਚ ਲਿਆਉਣਾ ਗੱਲ, ਪਹਿਲੇ ਧੀਆਂ ਜਿਹੜੀਆਂ ਸੀ ਸੁਸਾਈਡ ਨਹੀਂ ਸੀ ਕਰਦੀਆਂ, ਇਹੋ ਜਿਹੇ ਅਤਿਆਚਾਰ ਨੂੰ ਦੇਖ ਕੇ ਸਿੱਧਾ ਮਾਂ ਪਿਓ ਦੇ ਘਰ ਆ ਜਾਂਦੀਆਂ ਸੀ, ਅਤੇ ਮਾਂ ਪਿਓ ਵੀ ਉਹਨੂੰ ਗੱਲ ਨਾਲ ਲਾਉਂਦੇ ਸੀ, ਸਾਡੀ ਜਿੰਦ ਜਾਨ ਹੈ, ਜਿੰਦ ਦਾ ਟੁਕੜਾ ਹੈ ਸਾਡਾ, ਔਰ ਅਸੀਂ ਇਹਦੀ ਪੂਰੀ ਰਾਖੀ ਕਰਾਂਗੇ, ਹਿਫਾਜ਼ਤ ਕਰਾਂਗੇ। ਔਰ ਇਹੋ ਜਿਹੇ ਕਈ ਕੇਸ ਤੁਹਾਡੀ ਨਿਗਾਹ 'ਚ ਵੀ ਹੋਣਗੇ, ਤੁਸੀਂ ਆਪਣੇ ਪੇਰੈਂਟਸ ਤੋਂ ਵੀ ਸੁਣੇ ਹੋਣਗੇ, ਦਾਦਾ ਦਾਦੀ ਤੋਂ ਵੀ ਸੁਣੇ ਹੋਣਗੇ। ਇਹ ਕੱਲ੍ਹ ਦੀਆਂ ਕਹਾਣੀਆਂ ਲੱਗਦੀਆਂ, ਲੇਕਿਨ ਸੀ ਸੱਚੀਆਂ ਜਾਂ ਝੂਠੀਆਂ, ਇਸ ਬਾਰੇ ਕੀ ਕਹੋਗੇ? ਸਰ ਮੇਰੇ ਮੁਤਾਬਿਕ ਇਹ ਗੱਲ ਬਿਲਕੁਲ ਸੱਚ ਹੈ, ਕਿਉਂਕਿ ਪਹਿਲਾਂ ਮੈਨੂੰ ਲੱਗਦਾ ਮਾਪਿਆਂ ਨੂੰ 3 ਟਾਈਮ ਦੀ ਰੋਟੀ ਦੇਣਾ ਕੋਈ ਵੱਡੀ ਗੱਲ ਨਹੀਂ ਲੱਗਦੀ ਸੀ। ਮਾਪੇ ਆਪਣੀ ਧੀ ਨਾਲ ਉਸੇ ਤਰ੍ਹਾਂ ਅਟੈਚ ਸੀ ਜਿੱਦਾਂ ਉਹ ਆਪਣੇ ਮੁੰਡੇ ਨੂੰ 3 ਟਾਈਮ ਦੀ ਰੋਟੀ ਦੇ ਦਿੰਦੇ ਸੀ, ਉੱਦਾਂ ਹੀ ਕੁੜੀਆਂ ਨੂੰ। ਬਟ ਅੱਜ ਕੱਲ੍ਹ ਵਿਆਹਾਂ 'ਤੇ ਖਰਚਾ ਇੰਨਾ ਹੋਣ ਲੱਗ ਗਿਆ ਜੀ, ਕਰੋੜਾਂ ਰੁਪਏ ਲਗਾ ਕੇ ਜਦੋਂ ਮਾਂ ਬਾਪ ਪਹਿਲਾਂ ਭੇਜਦੇ, ਉਹ ਸੋਚਦੇ ਹੁਣ ਵਾਪਸ ਆ ਜਾਏਗੀ, ਸਾਡਾ ਕਰੋੜਾਂ ਰੁਪਇਆ ਡੁੱਬ ਗਿਆ। ਸੋ ਬੜੀ ਸਾਰੀ ਚੀਜ਼ ਸਰ ਇਹੋ ਜਿਹੀ ਚੀਜ਼ਾਂ, ਲਾਈਫ ਸਟਾਈਲ ਮੇਨਟੇਨ ਕਰ, ਅੱਜ ਕੱਲ੍ਹ ਕੁੜੀਆਂ ਦਾ ਉਨਾ ਖਰਚਾ ਡਬਲ ਹੁੰਦਾ ਜਾ ਰਿਹਾ ਸਰ। ਉਹ ਵੀ ਇਸ ਤਰ੍ਹਾਂ ਦੇ ਕਲਚਰ 'ਚ ਰਹਿਣਾ ਸ਼ੁਰੂ ਕਰਤਾ ਕਿ ਹੁਣ ਪਹਿਲਾਂ ਦੀ ਤਰ੍ਹਾਂ 3 ਟਾਈਮ ਦੀ ਰੋਟੀ ਵਾਲਾ ਸਵਾਲ ਨਹੀਂ ਰਹਿ ਗਿਆ, ਹੁਣ ਇਟ ਹੈਜ਼ ਗੋਨ ਸਮਥਿੰਗ ਅਬਵ ਦੈਟ। ਸੋ ਉਸ ਤਰ੍ਹਾਂ ਦਾ ਖਰਚਾ ਮੇਨਟੇਨ ਕਰਨ ਲਈ ਜਾਂ ਵਿਆਹਾਂ 'ਤੇ ਜਿੰਨਾ ਪੈਸਾ ਲੱਗਿਆ ਹੈ, ਪਲੱਸ ਜਿਹੜਾ ਸੁਸਾਇਟੀ ਨੂੰ ਲੈ ਕੇ ਉਹਨਾਂ ਦਾ ਜਿਹੜਾ ਸਰ ਸੋਸ਼ਲ ਸਟਿਗਮਾ ਹੈ ਨਾ ਕਿ ਕੁੜੀ ਘਰ ਵਾਪਸ ਆ ਗਈ, ਦੈਟ ਕਾਈਂਡ ਆਫ ਸਟਿਗਮਾ ਆਈ ਥਿੰਕ ਲੀਡਸ ਟੂ ਸੱਚ ਡਿਸੀਜਨਸ ਕਿ ਬਈ ਕੁੜੀ ਸਾਡੇ ਘਰ ਨਾ ਆਵੇ। ਠੀਕ ਹੈ? ਦੈਨ ਅਗੇਨ ਉਹ ਫਿਰ ਮੈਟਰੀਮੋਨੀਅਲ ਡਿਸਪਿਊਟ ਪੈ ਜਾਂਦੇ, ਸਾਡੇ ਪੈਸੇ ਵਾਪਸ ਕਰੋ ਜੀ ਵਿਆਹਾਂ ਦੇ ਜਿੰਨਾ ਖਰਚਾ ਹੋਇਆ ਸੀ। ਸੋ ਅਗੇਨ ਫਿਰ ਕੁੜੀ ਨੂੰ ਗਲਤ ਮੰਨਦੇ ਵੀ ਕੁੜੀ ਨੇ ਪੈਸੇ ਮੰਗ ਲਏ ਜੀ, ਕੁੜੀ ਦੇਖੋ ਕਿੱਦਾਂ ਦੀ ਹੈ, ਥਾਣੇ ਜਾ ਕੇ ਜੀ ਇਹਨੇ 3 ਲੱਖ ਰੁਪਇਆ ਸਾਡੇ ਤੋਂ ਲੈ ਲਿਆ। ਠੀਕ ਹੈ? ਅਗੇਨ ਉਹ ਇਹ ਨਹੀਂ ਦੇਖਦੇ ਕਿ ਮਾਂ ਬਾਪ ਦਾ ਤਾਂ 30 ਲੱਖ ਲੱਗ ਗਿਆ, ਤੁਹਾਡੇ ਤੋਂ ਸਿਰਫ 3 ਲੱਖ ਮੰਗਿਆ ਗਿਆ। ਠੀਕ ਹੈ ਜੀ? ਪਰ ਉਹ ਜਿਹੜੀ ਚੀਜ਼ਾਂ ਹੈ ਸਰ ਅਗੇਨ ਸਾਰਾ ਕੁਝ ਮਟੀਰੀਅਲਿਸਟਿਕ ਹੁੰਦਾ ਜਾ ਰਿਹਾ। ਤੁਸੀਂ ਸਮਝੋ ਮੇਰੀ ਗੱਲ ਨੂੰ ਕਿ ਇਹ ਸਾਰਾ ਕੁਝ ਮੇਰੇ ਮੁਤਾਬਿਕ ਪਹਿਲਾਂ ਜਿਹੜੇ ਕਲਚਰ ਹੁੰਦਾ ਸੀ, ਇੰਸਟੀਟਿਊਸ਼ਨ ਆਫ ਮੈਰਿਜ ਨੂੰ, ਉਹ ਸਾਰਾ ਕੁਝ ਮਟੀਰੀਅਲਿਸਟਿਕ ਹੁੰਦਾ ਜਾ ਰਿਹਾ, ਮਨੀ ਓਰੀਐਂਟਿਡ ਸਾਰੀ ਚੀਜ਼ਾਂ ਚੱਲ ਰਹੀਆਂ। ਤੇ ਜੇ ਸਨ ਵੀ ਚਾਹੀਦਾ, ਅਗੇਨ ਦੇ ਵਾਂਟ ਕਿ ਵੀ ਪ੍ਰੋਪਰਟੀ ਜਿਹੜੀ ਸਾਡੇ ਸਨ ਕੋਲ ਜਾਵੇ, ਡਾਟਰਸ ਤਾਂ ਨਾਲ ਲੈ ਜਾਣਗੀਆਂ, ਡਾਟਰ ਇਨ ਲਾਅ ਨੇ ਤਾਂ ਦੇ ਹਸਬੈਂਡਸ ਆ ਜਾਣਗੇ, ਉਹ ਕਬਜ਼ਾ ਕਰ ਲੈਣਗੇ ਸਾਡੀ ਜ਼ਮੀਨਾਂ 'ਤੇ। ਠੀਕ ਹੈ ਜੀ? ਵੀ ਸਿੰਗਲ ਡਾਟਰ ਹੈ ਜਾਂ ਸਿੰਗਲ ਗਰਲ ਚਾਈਲਡ ਹੈ ਤਾਂ ਜੀ ਕਬਜ਼ਾ ਕਰ ਲਓ, ਜ਼ਮੀਨਾਂ ਤਾਂ ਸਾਡੀਆਂ ਅੱਗੇ ਚਲੀ ਗਈਆਂ।
ਸੋ ਦਿਸ ਕਾਈਂਡ ਆਫ ਮੈਂਟੈਲਿਟੀ ਜਿਹੜੀ ਹੈ, ਇਸ ਕਰਕੇ ਸਰ ਇਹ ਸਾਰੀ ਪ੍ਰੋਬਲਮਸ ਹੋ ਰਹੀਆਂ। ਇਹ ਮਟੀਰੀਅਲਿਸਟਿਕ, ਅਗੇਨ ਪ੍ਰਾਪਰਟੀ ਰਿਲੇਟਡ, ਮਨੀ ਰਿਲੇਟਡ, ਇਹ ਸਾਰੀ ਚੀਜ਼ਾਂ ਉਹਦੇ ਇਰਦ ਗਿਰਦ ਹੀ ਘੁੰਮ ਰਹੀਆਂ ਜੀ। ਦੇਖੋ ਕਈ ਸਾਡੇ ਸਿਸਟਮ ਦੇ ਵਿੱਚ ਜੁਡੀਸ਼ੀਅਲ ਅਕੈਡਮੀਜ਼ ਨੇ ਇੰਡੀਆ ਦੇ ਵਿੱਚ, ਔਰ ਕਈ ਜਗ੍ਹਾ 'ਤੇ ਨੇ। ਜੇ ਕਿਹਾ ਜਾਏ ਹਰ ਹਾਈ ਕੋਰਟ ਦੇ ਵਿੱਚ ਇੱਕ ਨਾ ਇੱਕ ਪ੍ਰਧਾਨ ਹੈ, ਪ੍ਰਵਾਨ ਹੈ ਔਰ ਇੱਕ ਪ੍ਰਾਵਧਾਨ ਹੈ ਕਿਸੇ ਤਰ੍ਹਾਂ ਦਾ ਵੀ ਕਿ ਜੁਡੀਸ਼ੀਅਲ ਅਕੈਡਮੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਜੱਜਿਸ ਨੂੰ ਇਸ ਇਸ਼ੂ 'ਤੇ ਕੋਈ ਟੀਚਿੰਗ ਨਹੀਂ ਦਿੱਤੀ ਜਾਂਦੀ ਕਿ ਹਿਊਮਨ ਰਾਈਟਸ ਕੀ ਨੇ। ਇਹਦੇ ਬਾਰੇ ਕੁਝ ਕਹੋਗੇ? ਜੀ ਸਰ, ਦੇਖੋ ਹਿਊਮਨ ਰਾਈਟਸ ਤਾਂ ਹੈ ਹੀ। ਜੈਂਡਰ ਸੈਂਸਿਟਾਈਜੇਸ਼ਨ ਤੇ ਜਿੱਦਾਂ ਅਸੀਂ ਅਵੇਅਰਨੈਸ ਪ੍ਰੋਗਰਾਮਸ ਲਗਾਉਂਦੇ ਆ, ਉਸੇ ਤਰ੍ਹਾਂ ਜਦੋਂ ਜੱਜਿਸ ਅਪਾਇੰਟ ਹੁੰਦੇ ਆ ਸਰ, ਮੈਨੂੰ ਲੱਗਦਾ ਕਿ ਜੱਜਿਸ ਨੂੰ ਤਾਂ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਲੋੜ ਹੈ ਜੀ। ਮੇਰਾ ਪਰਸਨਲ ਇਹ ਵਿਊ ਪੁਆਇੰਟ ਹੈ ਸਰ ਕਿ ਜਦੋਂ ਵੀ ਆਪਾਂ ਫਰੈਸ਼ ਕੋਈ ਵੀ ਅਪਾਇੰਟਮੈਂਟ ਹੁੰਦੀ ਹੈ, ਮੇਰੇ ਮੁਤਾਬਿਕ ਉਹ ਕਹਿੰਦੇ ਭਾਰਤ ਦਰਸ਼ਨ ਦੀ ਜਗ੍ਹਾ ਉਹਨਾਂ ਨੂੰ ਅਗਰ ਅਸੀਂ ਆਡੀਟੋਰੀਅਮ 'ਚ ਉਠਾ ਕੇ ਇੱਕ ਅੱਛਾ ਲੈਕਚਰ ਦੇ ਦਈਏ ਨਾ ਸਰ, ਤਾਂ ਮੈਨੂੰ ਲੱਗਦਾ ਜਸਟਿਸ ਡਿਲੀਵਰੀ ਵਿਲ ਬਿਕਮ ਬੈਟਰ। ਸੋ ਭਾਰਤ ਦਰਸ਼ਨ ਦੀ ਜਗ੍ਹਾ ਤੇ ਜੁਡੀਸ਼ੀਅਲ ਅਕੈਡਮੀ 'ਚ ਅੱਛੇ ਕਮਰੇ ਦੇਣ ਦੀ ਜਗ੍ਹਾ ਤੇ ਉਹਨਾਂ ਨੂੰ ਥੋੜਾ ਜਿਹਾ ਅਗਰ ਲੈਕਚਰ ਦੇ ਦੀ ਕਿ ਆਰਡਰ ਕਿੱਦਾਂ ਲਿਖਵਾਣੇ ਹੈ, ਕਿੱਥੇ ਜਸਟਿਸ ਕਰਨਾ ਹੈ, ਨਾਟ ਬਿਕੋਜ਼ ਕਿ ਇਟ ਇਜ਼ ਅ ਪ੍ਰੋਟੋਕੋਲ ਦੈਟ ਯੂ ਹੈਵ ਟੂ ਰਿਜੈਕਟ ਦੀ ਬੇਲ ਫਸਟ ਇਨ ਦੀ ਲੋਅਰ ਕੋਰਟ ਐਂਡ ਦੈਨ ਦੇ ਵਿਲ ਗੋ ਟੂ ਦੀ ਹਾਈ ਕੋਰਟ ਐਂਡ ਟੇਕ ਰਿਲੀਫ। ਇਹ ਪ੍ਰੋਟੋਕੋਲ ਫੋਲੋ ਕਰਨ ਦੀ ਜਗ੍ਹਾ ਅਗਰ ਉਹ ਜਸਟਿਸ ਤੇ ਥੋੜਾ ਜਿਹਾ ਧਿਆਨ ਦੇਣ ਕਿ ਜੇ ਇਸ ਕੇਸ 'ਚ ਕੁਝ ਨਹੀਂ ਹੈ, ਯੂ ਕੈਨ ਗ੍ਰਾਂਟ ਬੇਲ ਔਰ ਯੂ ਕੈਨ ਗਿਵ ਰਿਲੀਫ। ਕਈ ਲੇਡੀਜ਼ ਮੇਰੇ ਸਾਹਮਣੇ ਜਾਂਦੀਆਂ, ਉਹਨਾਂ ਨਾਲ ਆਊਟਰੇਜਿੰਗ ਦੀ ਮੋਡੈਸਟੀ ਹੋਈ ਹੁੰਦੀ ਹੈ। ਇੱਕ ਲੇਡੀ ਉਹਦੇ ਬਾਡੀ ਦੇ ਪਾਰਟਸ ਨੂੰ ਇੱਦਾਂ ਟੱਚ ਕੀਤਾ ਗਿਆ ਤੇ ਫੀਮੇਲ ਜੱਜ ਸੀਗੀ ਸਾਹਮਣੇ, ਉਹਨੇ ਕੋਈ ਐਕਸ਼ਨ ਨਹੀਂ ਲਿੱਤਾ ਜੀ ਉਸ ਕੰਪਲੇਂਟ ਦੇ ਉੱਤੇ। ਸੋ ਇਸ ਤਰ੍ਹਾਂ ਜਿਹੜੀ ਮੈਨੂੰ ਲੱਗਦਾ ਜੈਂਡਰ ਸੈਂਸਿਟਾਈਜੇਸ਼ਨ ਵੂਮਨ ਦੀ ਜ਼ਿਆਦਾ ਹੋਣ ਦੀ ਲੋੜ ਹੈ ਕਿ ਦੇ ਨੀਡ ਟੂ ਬੀ ਮੋਰ ਸਿੰਪੈਥੈਟਿਕ ਐਂਡ ਕਾਈਂਡ ਟੂਵਰਡਸ ਅ ਵੂਮਨ ਕੰਪਲੇਨੈਂਟ। ਅਗਰ ਉਹ ਆਉਂਦੀ ਹੈ, ਡੋਂਟ ਆਲਵੇਜ਼ ਸੀ ਇਟ ਫਰਮ ਅਨਦਰ ਲੈਂਸ ਕਿ ਸ਼ੀ ਇਜ਼ ਮਿਸਯੂਜ਼ਿੰਗ ਦੀ ਪ੍ਰੋਵੀਜ਼ਨ। ਮੇ ਬੀ ਸ਼ੀ ਇਜ਼ ਕਮਿੰਗ ਟੂ ਯੂ ਵਿਦ ਹਰ ਗ੍ਰੀਵਿਆਂਸ ਕਿ ਵੀ ਮੇਰੇ ਨਾਲ ਇਹ ਧੱਕਾ ਹੋਇਆ, ਤਾਂ ਯੂ ਵਿਲ ਅੰਡਰਸਟੈਂਡ ਐਜ਼ ਅ ਵੂਮਨ, be it a wife or a unmarried girl who is coming because her modesty has been outraged by some men. So ਇਸ ਤਰ੍ਹਾਂ ਜਿਹੜੀ ਇਹ ਹੈ, ਮੈਨੂੰ ਲੱਗਦਾ ਤੇ ਜੁਡੀਸ਼ੀਅਲ ਟ੍ਰੇਨਿੰਗ ਦੀ ਬਹੁਤ ਲੋੜ ਹੈ ਸਰ। ਲੋਅਰ ਕੋਰਟਸ ਦੇ ਵਿੱਚ ਤਾਂ ਖਾਸ ਕਰ ਜਿਹੜੇ ਜੱਜਿਸ ਆ ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੈ। ਬਾਕੀ ਇੱਥੇ ਤੱਕ ਪਹੁੰਚਦੇ ਹਾਈ ਕੋਰਟ ਡੈਫੀਨੇਟਲੀ ਦੇ ਵਿਲ ਲਰਨ ਅ ਲੋਟ ਥਰੂ ਐਕਸਪੀਰੀਅੰਸ। ਦੇਖੋ ਤਜਰਬੇ ਦੇ ਉੱਤੇ ਕੋਈ ਚੀਜ਼ ਨਹੀਂ ਹੈ, ਜੋ ਆਪਾਂ ਕਿਤਾਬਾਂ 'ਚ ਪੜ੍ਹਦੇ ਹਾਂ ਜਾਂ ਜੋ ਅਸੀਂ ਪ੍ਰੋਸੀਜਰ ਫੋਲੋ ਕਰਦੇ ਹਾਂ, ਉਹ ਤਜਰਬੇ ਨਾਲ ਹੋਰ ਸਾਡਾ ਜਿਹੜਾ ਸ਼ਾਰਪਨ ਹੁੰਦਾ ਜਾਂਦਾ ਹੈ। ਇੱਕ ਵਾਰੀ ਚਲਦੇ ਮੈਂ ਜੁਡੀਸ਼ੀਅਲ ਅਕੈਡਮੀ 'ਚ ਪਹੁੰਚ ਗਿਆ ਤੇ ਉੱਥੇ ਮੈਂ ਦੇਖਿਆ ਡਾਇਰੈਕਟਰ ਸਾਹਿਬ ਨਹੀਂ ਸੀ ਆਏ, ਟਾਈਮ ਹੋ ਚੁੱਕਾ ਸੀ। ਮੈਂ ਪੁੱਛਿਆ ਕਿੰਨੇ ਵਜੇ ਆਉਂਦੇ ਆ, ਕਹਿੰਦੇ ਜੀ ਇੰਨੇ ਵਜੇ ਦਾ ਟਾਈਮ ਹੈ ਔਰ ਆ ਜਾਂਦੇ ਆ। ਔਰ ਮੇਰੇ ਕੋਲ ਟਾਈਮ ਸੀਗਾ, ਮੈਂ ਉੱਥੇ ਨੋਟਿਸ ਬੋਰਡ ਤੇ ਦੇਖਿਆ ਉਹ ਜਿੰਨੇ ਜੱਜਿਸ ਦੀ ਟ੍ਰੇਨਿੰਗ ਹੋਣੀ ਸੀ ਉਹਦੇ ਵਿੱਚ ਜਿੰਨੇ ਮੈਂ ਚੈਪਟਰਸ ਦੇਖੇ ਉਹਦੇ 'ਚ ਹਿਊਮਨ ਰਾਈਟਸ ਦਾ ਕੋਈ ਵੀ ਚੈਪਟਰ ਨਹੀਂ ਸੀ ਪੜ੍ਹਨ ਵਾਲਾ ਜਾਂ ਲਿਖਣ ਵਾਲਾ ਜਾਂ ਦੱਸਣ ਵਾਲਾ। ਡਾਇਰੈਕਟਰ ਸਾਹਿਬ ਆ ਗਏ, ਮੈਨੂੰ ਸੁਣਿਆ ਆ ਗਏ ਨੇ, ਤੇ ਮੈਂ ਉਹਨਾਂ ਕੋਲ ਗਿਆ। ਡਾਇਰੈਕਟਰ ਸਾਹਿਬ ਮੇਰੇ ਜਾਣੂ ਸੀਗੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਜੱਜਿਸ ਨੂੰ ਹਿਊਮਨ ਰਾਈਟਸ ਦਾ ਕੁਝ ਪੜ੍ਹਾਉਂਦੇ ਹੋ ਜਾਂ ਕਰਦੇ ਹੋ? ਕਹਿੰਦੇ ਇਹਦਾ ਕੀ ਮਤਲਬ ਹੋਇਆ? ਮੈਂ ਕਿਹਾ ਜੀ ਜਦੋਂ ਵੀ ਜੱਜ ਨੇ ਕੋਈ ਆਰਡਰ ਪਾਸ ਕਰਨਾ ਹੈ ਉਹ ਕਿਸੇ ਨਾ ਕਿਸੇ ਪਾਰਟੀ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਏਗੀ। ਇਸ ਐਂਗਲ ਤੋਂ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਐਜੂਕੇਟ ਕਰਦੇ ਹੋ? ਤੇ ਡਾਇਰੈਕਟਰ ਸਾਹਿਬ ਦਾ ਇਹ ਜਵਾਬ ਸੀ, ਤੂੰ ਦੁੱਧ ਪੱਤੀ ਪੀ, ਬਰਫੀ ਖਾ ਤੇ ਇੱਥੋਂ ਜਾ। ਇਹਦੇ ਬਾਰੇ ਕੀ ਕਹੋਗੇ? ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਦਿਸ ਇਜ਼ ਕਰੈਕਟ ਕਿ ਵੀ ਹਰ ਜਿਹੜਾ ਸਵਾਲ, ਜਿਹੜਾ ਕੋਈ ਵੀ ਸਬਸਟੈਂਸ਼ੀਅਲ ਕੁਐਸਚਨ ਆਫ ਲਾਅ ਉੱਥੇ ਜਾਂਦਾ ਹੈ, ਇਟ ਹੈਜ਼ ਟੂ ਬੀ ਟੈਸਟਡ ਔਨ ਦੀ ਟੱਚਸਟੋਨ ਆਫ ਹਿਊਮਨ ਰਾਈਟਸ। ਠੀਕ ਹੈ ਜੀ, ਉਹਨੂੰ ਵੇ ਕਰਨ ਦਾ, ਉਹਨੂੰ ਜੱਜ ਕਰਨ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਮੁੱਦਾ ਹੈ ਉਹ ਹਿਊਮਨ ਰਾਈਟਸ ਹੀ ਹੈ। ਬਟ ਅਗੇਨ ਇਹਦੇ ਉੱਤੇ ਮੈਂ ਥੋੜ੍ਹੀ ਜਿਹੀ ਲਾਈਟ ਪਾਉਣਾ ਚਾਹੂੰਗੀ ਐਜ਼ ਅ ਐਜੂਕੇਟਰ ਆਲਸੋ ਕਿ ਪਾਰਟ 3 ਆਫ ਦੀ ਕਨਸਟੀਟਿਊਸ਼ਨ ਜਿਹੜਾ ਸੰਵਿਧਾਨ ਹੈ ਸਾਡਾ, ਹਿਊਮਨ ਰਾਈਟਸ ਦੈਟ ਇਜ਼ ਅਨਦਰ ਨੇਮ, ਫੰਡਾਮੈਂਟਲ ਰਾਈਟਸ ਦੈਟ ਇਜ਼ ਅਨਦਰ ਨੇਮ ਫॉर ਹਿਊਮਨ ਰਾਈਟਸ ਓਨਲੀ। ਸੋ UDHR ਤੋਂ ਹੀ ਸਾਰੀ ਚੀਜ਼ਾਂ ਇਹ ਡਿਰਾਈਵ ਕੀਤੀਆਂ ਗਈਆਂ। ਬਟ ਇਸ ਕਨਸਟੀਟਿਊਸ਼ਨ ਨੂੰ ਜਦੋਂ ਅਸੀਂ ਲਾਅ ਦੇ ਵਿੱਚ ਪੜ੍ਹਦੇ ਹਾਂ, ਇਸ ਸੰਵਿਧਾਨ ਨੂੰ ਜਦੋਂ ਅਸੀਂ ਲਾਅ ਦੇ ਵਿੱਚ ਪੜ੍ਹਦੇ ਹਾਂ, ਪਰ ਉਹ ਐਂਗਲ ਜਿਹੜਾ ਸਮਝਾਉਣਾ ਉਹਨਾਂ ਨੂੰ ਆਫ ਹਿਊਮਨ ਰਾਈਟਸ, ਦੈਟ ਇਜ਼ ਵੈਰੀ ਇੰਪੋਰਟੈਂਟ। ਮੇਬੀ ਵੀ ਨੀਡ ਜਸਟ one chapter to give them orientation regarding part 3 of the constitution, fundamental rights, which is nothing but another name for human rights. But Protection of Human Rights Act 1993, UDHR 1948, another universal declarations regarding or comparative law. ਅਮਰੀਕਾ ਦੇ ਵਿੱਚ ਕਿਵੇਂ ਵੂਮਨ ਰਿਲੇਟਡ ਲਾਜ਼ ਇਹਨੇ ਸਕਸੈਸਫੁਲ ਹੈ, ਸਾਡੇ ਕਿਉਂ ਨਹੀਂ? ਕੰਪੈਰੇਟਿਵ ਲਾਅ ਦੇ ਉੱਤੇ ਜ਼ਰੂਰ ਜਿਹੜਾ ਹੈ ਹਿਊਮਨ ਰਾਈਟਸ ਦੇ ਜਿਹੜਾ ਸਕੇਲਸ ਦੇ ਉੱਤੇ ਅਸੀਂ ਕੰਪੈਰੇਟਿਵ ਲਾਅ ਜਿਹੜਾ ਸਟੱਡੀ ਕਰ ਸਕਦੇ ਹਾਂ। ਸਭ ਤੋਂ ਵੱਡਾ ਐਗਜ਼ਾਮਪਲ ਸਾਡਾ ਅੱਜ ਦਾ ਹੀ ਹੈ ਕਿ ਵੀ ਅਮਰੀਕਨ ਉਹਦੇ ਜੂਰਿਸਪ੍ਰੂਡੈਂਸ ਦੇ ਵਿੱਚ ਕਿੱਦਾਂ ਹੁਣ ਇਸ ਕੇਸ ਨੂੰ ਹੈਂਡਲ ਕੀਤਾ ਜਾਏਗਾ। ਸਾਡੇ ਨਾਲ ਇੱਕ ਹੋਰ ਯੰਗ ਬੇਟੀ ਨਾਲ ਹੈ ਜਿਹਦੇ ਅਸੀਂ ਪਰਸਨਲ ਵਿਊਜ਼ ਐਂਡ ਵਿਚਾਰ ਲੈਂਦੇ ਹਾਂ। ਉਹਨੇ ਕੋਈ ਸੁਣਿਆ ਉਹਦੇ ਬਾਰੇ ਆਪਣਾ ਕੋਈ ਜੋ ਵੀ ਤੁਹਾਡੇ ਤਜਰਬੇ ਆ ਬੇਟਾ ਉਹ ਦੱਸੋ। ਮੇਰਾ ਮੰਨਣਾ ਹੈ ਕਿ ਵੂਮਨ ਪਹਿਲਾਂ ਵੀਕ ਸੀ, ਬਟ ਟਾਈਮ ਕਹਿੰਦੇ ਕਿ ਲॉज बनाते हैं
ਪਰ ਹੁਣ ਵੀ ਵੂਮਨ ਵੀਕ ਹੀ ਹੈ, ਕਿਉਂਕਿ ਅਗਰ ਇੱਕ ਵੂਮਨ ਆਪਣੇ ਰਾਈਟ ਲਈ ਜਾਂਦੀ ਹੈ, ਅਗਰ ਫਾਰਵਰਡ ਹੁੰਦੀ ਹੈ, ਤਾਂ ਲੋਕੀ ਉਹਨੂੰ ਕਹਿੰਦੇ ਕਿ ਤੂੰ ਇੱਥੇ ਕੰਪਲੇਂਟ ਕਰੀ, ਤੂੰ ਵਸਣਾ ਨਹੀਂ ਸੀਗਾ, ਕਿਉਂਕਿ ਤੂੰ ਕੰਪਲੇਂਟ ਕਰਤੀ, ਹੁਣ ਤੂੰ ਵਸ ਨਹੀਂ ਸਕਦੀ ਹੈ। ਅਗਰ ਉਹ ਕੰਪਲੇਂਟ ਕਰਦੀ ਹੈ ਤਾਂ ਉਹਨੂੰ ਡੀਮੋਟੀਵੇਟ ਕੀਤਾ ਜਾਂਦਾ ਹੈ। ਅਗਰ ਉਹ ਅੱਗੇ ਸਟੈਪ ਫਾਰਵਰਡ ਨਾ ਕਰੇ ਤਾਂ ਉਹਨੂੰ ਕੀਤਾ ਜਾਂਦਾ ਕਿ ਤੂੰ ਕਿਉਂ ਨਹੀਂ ਅੱਗੇ ਗਈ, ਤੇਰੇ ਕੋਲ ਤਾਂ ਇੰਨੇ ਲਾਸ ਸੀਗੇ, ਤੂੰ ਕੁਛ ਤਾਂ ਐਕਸ਼ਨ ਲੈਂਦੀ ਅਗਰ ਇੰਨਾ ਕੁਛ ਸੀਗਾ। ਮੈਨੂੰ ਲੱਗਦਾ ਕਿ ਜਿਹੜਾ ਆ ਡੋਮੈਸਟਿਕ ਅਬਿਊਜ਼ ਹੈ ਨਾ, ਇਹ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਇੱਕ ਲੇਡੀ ਦੂਸਰੀ ਲੇਡੀ ਦਾ ਹੀ ਰੀਜ਼ਨ ਬਣਦੀ ਹੈ ਉਹਨੂੰ ਅਬਿਊਜ਼ ਕਰਨ ਲਈ। ਅਗਰ ਇੱਕ ਨਨੰਦ ਇੱਕ ਸੱਸ ਚਾਹੇ ਤਾਂ ਉਹਦੀ ਜਿਹੜੀ ਘਰ ਇੱਕ ਨਵੀਂ ਮੈਂਬਰ ਆਈ ਉਹਦੇ ਨਾਲ ਕਦੇ ਡੋਮੈਸਟਿਕ ਅਬਿਊਜ਼ ਨਹੀਂ ਹੋਏਗਾ ਅਗਰ ਉਹ ਆਪਣੇ ਬੇਟੇ ਨੂੰ ਰੋਕ ਦੇਣਗੇ। ਉਹਨਾਂ ਨੂੰ ਮੁੰਡਾ ਕਿਉਂ ਅੱਗੇ ਆਪਣੀ ਵਾਈਫ ਨਾਲ ਡੋਮੈਸਟਿਕ ਅਬਿਊਜ਼ ਕਰਦਾ, ਕਿਉਂਕਿ ਉਹਨੂੰ ਸਪੋਰਟ ਹੁੰਦੀ ਹੈ ਆਪਣੇ ਪੈਰੈਂਟਸ ਦੀ, ਕਦੇ ਨਾ ਕਦੇ ਆਪਣੀ ਸਿਸਟਰ ਦੀ ਸਪੋਰਟ ਹੁੰਦੀ ਹੈ। ਐਂਡ ਡੋਮੈਸਟਿਕ ਅਬਿਊਜ਼ ਦਾ ਰੀਜ਼ਨ ਕੀ ਹੁੰਦਾ ਹੈ? ਘੱਟ ਡੌਰੀ ਦਿੱਤੀ ਹੈ ਜਾਂ ਮੇਬੀ ਬੱਚਾ ਇੱਕ ਮੁੰਡਾ ਨਹੀਂ ਦਿੱਤਾ ਜੀ, ਮੈਨੂੰ ਧੀ ਦੇਤੀ ਹੈ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਅਗਰ ਇੱਕ ਕੁੜੀ ਪੈਦਾ ਹੁੰਦੀ ਹੈ ਉਹ ਅੱਗੇ ਜਾ ਕੇ ਮਾਂ ਬਣਦੀ ਹੈ, ਫਿਰ ਉਹਨੇ ਹੀ ਅੱਗੇ ਇੱਕ ਜੀਵਨ ਦੇਣਾ ਹੈ ਨਵਾਂ। ਤਾਂ ਮੈਨੂੰ ਜਿੱਥੇ ਲੱਗਦਾ ਹੈ ਕਿ ਅਗਰ ਡੋਮੈਸਟਿਕ ਅਬਿਊਜ਼ ਹੁੰਦਾ ਹੈ, ਇਹਦੇ ਵਿੱਚ ਇਕੱਲੇ ਮੁੰਡੇ ਦਾ ਹੱਥ ਨਹੀਂ ਹੁੰਦਾ, ਪੂਰੀ ਫੈਮਿਲੀ ਇਨਵੋਲਵਡ ਹੁੰਦੀ ਹੈ। ਔਰ ਰਹੀ ਗੱਲ ਆਪਣੇ ਕਾਨੂੰਨ, ਮੈਨੂੰ ਲੱਗਦਾ ਕਿ ਇਹ ਆਪਣਾ ਕਾਨੂੰਨ ਹਾਲੇ ਵੀ ਇੱਕ ਹੁਣ ਕੁੜੀ ਨੂੰ ਅਲੱਗ ਵੇ ਨਾਲ ਦੇਖਦਾ ਕਿ ਸ਼ਾਇਦ ਕੁੜੀ ਇਸ ਚੀਜ਼ ਦਾ ਮਿਸਯੂਜ਼ ਕਰ ਰਹੀ ਹੈ ਕਿ ਹਾਂ ਇਹ ਕਿਸੇ ਫਾਇਦੇ ਲਈ ਕੋਈ ਪੈਸਾ ਗ੍ਰੈਬ ਕਰਨਾ ਚਾਹੁੰਦੀ। ਨਹੀਂ, ਇੱਕ ਕੁੜੀ ਨੇ ਵਿਆਹ ਕਰਕੇ ਉਹ ਆਪਦੇ ਘਰੇ ਗਈ ਆਪਣੇ ਸਹੁਰੇ ਘਰ, ਤਾਂ ਉਹਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ, ਤਾਂ ਉਸ ਜ਼ਿੰਦਗੀ ਦੀ ਰਿਸਪੌਂਸਿਬਿਲਟੀ ਉਹਦੇ ਹਸਬੈਂਡ ਨੇ ਲੈਣੀ। ਅੱਜ ਕੱਲ੍ਹ ਦੇ ਹਸਬੈਂਡ ਆਪਣੀ ਬੀਵੀ ਦਾ ਖਰਚਾ ਵੀ ਨਹੀਂ ਚੱਕਣਾ ਚਾਹੁੰਦੇ, ਉਹ ਕਹਿੰਦੇ ਕਿ ਇਹ ਸਾਡੇ ਪੈਸੇ, ਇਹਦੀ ਵਜ੍ਹਾ ਤੋਂ ਸਾਡਾ ਪੈਸਾ ਯੂਜ਼ ਹੋ ਰਿਹਾ। ਜਦੋਂ ਆਪਣੀ ਲਾਈਫ ਤੁਹਾਡੇ ਆਪਣਾ ਪੇਕੇ ਘਰ ਛੱਡ ਕੇ ਆਈ ਹੈ ਇੱਥੇ, ਤਾਂ ਪੇਰੈਂਟ ਫਿਰ ਮੁੰਡਾ ਕਿਉਂ ਕਹਿ ਰਿਹਾ? ਕਿਉਂਕਿ ਪੈਰੈਂਟਸ ਕਹਿ ਰਹੇ ਨੇ ਕਿ ਤੇਰਾ ਖਰਚਾ ਅਸੀਂ ਨਹੀਂ ਚੱਕਣਗੇ, ਕਿ ਪੈਰੈਂਟਸ ਹੀ ਤੇਰੇ ਚੱਕਣਗੇ। ਪਹਿਲਾਂ ਪੈਰੈਂਟਸ ਪੈਸੇ ਵੀ ਲਗਾਉਣ, ਫਿਰ ਉਹਨਾਂ ਦੀ ਬੇਟੀ ਦੁਖੀ ਹੋ ਕੇ ਘਰ ਆ ਜਾਂਦੀ, ਫਿਰ ਉਹਨੂੰ ਡੀਮੋਟੀਵੇਟ ਕੀਤਾ ਜਾਂਦਾ ਕਿ ਤੂੰ ਕਿਉਂ ਘਰ ਆਈ, ਤੂੰ ਕਿਉਂ ਛੱਡਿਆ। ਤਾਂ ਮੈਨੂੰ ਜਿੱਥੇ ਤੱਕ ਲੱਗਦਾ ਕਿ ਕੁੜੀ ਦਾ ਨਾ ਸਟੈਂਡ ਅੱਜ ਤੱਕ ਹਾਲੇ ਤੱਕ ਕੋਈ ਉਹ ਨਹੀਂ ਹੋਇਆ। ਜੇ ਕੁੜੀ ਅੱਗੇ ਐਕਸ਼ਨ ਲੈਂਦੀ ਤਾਂ ਉਹਨੂੰ ਡੀਮੋਟੀਵੇਟ ਕੀਤਾ ਜਾਂਦਾ, ਅਗਰ ਉਹ ਐਕਸ਼ਨ ਨਾ ਲਵੇ ਤਾਂ ਡੀਮੋਟੀਵੇਟ ਕੀਤਾ ਜਾਂਦਾ। ਰਹੀ ਗੱਲ ਸੁਸਾਈਡ ਦੀ, ਸਰ ਸਾਨੂੰ ਨਹੀਂ ਪਤਾ ਹੁੰਦਾ ਕਿ ਉਸ ਟਾਈਮ 'ਚ ਉਸ ਬੰਦੇ ਨੇ ਕਿੰਨਾ ਟੌਰਚਰ ਸਹਿਆ ਹੁੰਦਾ। ਅਸੀਂ ਵੀ ਕੈਨ ਈਜ਼ੀਲੀ ਸੇ ਕਿ ਯਾਰ ਉਹਨੇ ਸੁਸਾਈਡ ਕਿਉਂ ਕੀਤਾ, ਬਟ ਸਾਨੂੰ ਨਹੀਂ ਨਾ ਪਤਾ ਉਹਨੇ ਕਿੰਨਾ ਜ਼ਿਆਦਾ ਟੌਰਚਰ ਸਹਿਆ ਔਰ ਉਸਦਾ ਦਿਮਾਗ ਉਸੇ ਟਾਈਮ ਬੰਦ ਹੋ ਗਿਆ ਕਿ ਯਾਰ ਹੁਣ ਮੇਰੇ ਕੋਲ ਕੋਈ ਚਾਂਸ ਨਹੀਂ ਹੈ ਕਿ ਮੈਂ ਆਪਣਾ ਲਾਈਫ ਨੂੰ ਅੱਗੇ ਫਾਰਵਰਡ ਕਰਾਂ। ਤਾਂ ਉਸ ਸਿਚੁਏਸ਼ਨ 'ਚ ਆ ਕੇ ਬੰਦੇ ਨੂੰ ਨਹੀਂ ਪਤਾ ਲੱਗਦਾ, ਉਹ ਸੁਸਾਈਡ ਕਮਿਟ ਕਰ ਲੈਂਦਾ। ਹਾਂ, ਉਹਨੂੰ ਸੋਚਣਾ ਚਾਹੀਦਾ ਸੀਗਾ ਆਪਣੀ ਡਾਟਰਸ ਬਾਰੇ, ਕਿਉਂਕਿ ਉਹਨੂੰ ਦੀ ਡਾਟਰਸ ਇੱਕ ਕ੍ਰਿਮੀਨਲ ਫੈਮਿਲੀ ਦੇ ਹੱਥ ਚਲੀ ਗਈ ਹੈ। ਮੇਨ ਹੁਣ ਸਾਨੂੰ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਉਹਦੀ ਡਾਟਰਸ ਦੀ ਕਸਟਡੀ ਸੇਫ ਹੈਂਡਸ ਦੇਣੀ ਚਾਹੀਦੀ, ਸੋ ਦੈਟ ਉਹਨਾਂ ਦਾ ਫਿਊਚਰ ਇਫੈਕਟ ਨਾ ਹੋਵੇ। ਔਰ ਮੈਨੂੰ ਇਹ ਲੱਗਦਾ ਕਿ ਜਿੰਨੇ ਵੀ ਸਾਡੀ ਜੁਡੀਸ਼ਰੀ ਹੈ ਉਹਨਾਂ ਨੂੰ ਇਹ ਨਹੀਂ ਉਹਨਾਂ ਨੂੰ ਮਤਲਬ ਹਰ ਇੱਕ ਕੁੜੀ ਨੂੰ ਸਪੋਰਟ ਕਰਨਾ ਚਾਹੀਦਾ। ਅਗਰ ਉਹ ਬਾਈ ਚਾਂਸ ਕਿਸੇ ਟੌਰਚਰ ਦੀ ਵਜ੍ਹਾ ਤੋਂ ਅਗਰ ਤੁਹਾਡੇ ਕੋਲ ਆਈ ਹੈ ਤਾਂ ਉਹਨੂੰ ਇਹ ਡੀਮੋਟੀਵੇਟ ਨਾ ਕੀਤਾ ਜਾਵੇ ਕਿ ਹੁਣ ਤਾਂ ਤੇਰੀ ਖਤਮ ਮੈਰਿਡ ਲਾਈਫ। ਅਗਰ ਕੁੜੀ ਆ ਵੀ ਗਈ ਕਾਨੂੰਨ ਕੋਲ ਤਾਂ ਉਹਨਾਂ ਨੂੰ ਇੰਸ਼ੋਰ ਕਰਨਾ ਚਾਹੀਦਾ ਕਿ ਵੀ ਉਹ ਜਿਹੜੇ ਕਲਪ੍ਰੇਟਸ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਏ। ਤਰੀਕ ਦਰ ਤਰੀਕ ਪਾ ਕੇ ਡਿਸਕਰੇਜ ਨਹੀਂ ਕਰਨਾ ਚਾਹੀਦਾ। ਸਰ ਅਗੇਨ ਇਟ ਇਜ਼ ਅ ਵਿਸ਼ੀਅਸ ਸਰਕਲ। ਜੋ ਮੋਰਲ ਆਫ ਦਾ ਡਿਸਕਸ਼ਨ ਮੈਨੂੰ ਇਹ ਲੱਗ ਰਿਹਾ ਕਿ ਇਹ ਵਿਸ਼ੀਅਸ ਸਰਕਲ ਹੈ ਜਿਸ ਕੁੜੀ ਹੀ ਫਸ ਜਾਂਦੀ ਹੈ। ਹਾਂਜੀ, ਅਲਟੀਮੇਟਲੀ ਲੀਡਿੰਗ ਟੂ ਡੈਥ ਈਦਰ ਬਾय ਦ ਇਨ-ਲॉज ਔਰ ਸੁਸਾਈਡ। ਕਈ ਬੇਟੀਆਂ ਐਸੀਆਂ ਮੈਂ ਦੇਖਿਆ ਡਿਵੋਰਸ ਲੈਣ ਤੋਂ ਬਾਅਦ ਵੀ ਦੁਬਾਰਾ ਰੀਯੂਨੀਅਨ ਹੋਈ ਹੈ। ਦੁਬਾਰਾ ਰੀਯੂਨੀਅਨ ਹੋਈ ਹੈ। ਸਿਸਟਮ ਦੇ ਵਿੱਚ ਅਕਲ ਕਦੋਂ ਆ ਜਾਵੇ ਇਹ ਕਿਸੇ ਨੂੰ ਕੋਈ ਪਤਾ ਨਹੀਂ। ਔਰ ਜੇ ਇਹ ਦੇਖਿਆ ਜਾਏ, ਅੱਜ ਆਪਾਂ ਗੱਲ ਕੀਤੀ ਹੈ ਇਸ ਵਿਸ਼ੇ ਤੇ, ਕੱਲ ਜਾਂ ਪਰਸੋਂ ਫੇਰ ਗੱਲ ਕਰਾਂਗੇ ਇਸ ਦੀ ਕੰਟੀਨਿਊਸ਼ਨ ਵਿੱਚ। ਤੇ ਗੱਲਾਂ ਇੰਨੀਆਂ ਕੋਈ ਇਹ ਦੇਖ ਲਓ ਤੁਸੀਂ, ਐਡਵੋਕੇਟ ਜਗਮੋਹਨ ਸਿੰਘ ਭੱਟੀ ਦੀ ਪਾਈ ਹੋਈ YouTube ਚੈਨਲ ਦੇ ਉੱਤੇ ਵੀਡੀਓ ਤੁਹਾਡੇ ਹਿੱਤ 'ਚ ਪਾ ਦਿੱਤੀ ਹੈ, ਧੀਆਂ ਦੇ ਹਿੱਤ 'ਚ ਪਾ ਦਿੱਤੀ ਹੈ, ਤੇ ਮਨਪ੍ਰੀਤ ਦੀ ਆਵਾਜ਼ ਤੁਹਾਡੇ ਤਾਈਂ ਪਹੁੰਚਾ ਦਿੱਤੀ ਹੈ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਥੈਂਕ ਯੂ ਸੋ ਮਚ।